ਸੋ ਬੇਟਾ ਲਿਮਟ ਦੇ ਕੰਸੈਪਟ ਤੋਂ ਬਾਅਦ ਅਸੀਂ ਹੁਣ ਕੰਟੀਨਿਊਟੀ ਨੂੰ ਡਿਸਕਸ ਕਰ ਰਹੇ ਹਾਂ। ਸੋ ਕੰਟੀਨਿਊਟੀ ਐਟ ਏ ਪੁਆਇੰਟ ਹੁੰਦੀ ਹੈ, ਇੱਕ ਕੰਟੀਨਿਊਟੀ ਐਟ ਏ ਇੰਟਰਵਲ ਹੁੰਦੀ ਹੈ। ਕੰਟੀਨਿਊਟੀ ਐਟ ਏ ਪੁਆਇੰਟ ਕੀ ਹੈ? ਮੰਨ ਲਓ ਕੋਈ ਫੰਕਸ਼ਨ ਹੈਗਾ ਸਾਡੇ ਕੋਲ ਦੋ ਵੇਰੀਏਬਲ ਦਾ f(x, y) ਐਂਡ ਉਸ ਦੀ ਲਿਮਟ ਅਗਰ ਅਸੀਂ ਕੰਸੀਡਰ ਕਰਦੇ ਹਾਂ ਵੀ x, y ਅਪਰੋਚ a b ਨੂੰ ਕਰ ਰਿਹਾ, ਦੈਨ ਅਗਰ ਉਹ ਫੰਕਸ਼ਨ ਕੰਟੀਨਿਊਸ ਆ ਤਾਂ ਉਸ ਕੇਸ ਵਿੱਚ ਅਗਰ ਉਹ ਫੰਕਸ਼ਨ ਹੈਗਾ ਮੀਨਸ f(x, y) ਲਿਮਟ x, y ਅਪਰੋਚ a b ਨੂੰ ਕਰ ਰਹੀ ਆ ਤਾਂ ਉਹਦੀ ਵੈਲਿਊ ਕੀ ਆਏਗੀ? f of a b ਆਏਗੀ ਬੇਟਾ। ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ f(x, y) ਸਕਰੀਨ ਦੇ ਉੱਤੇ ਲਿਖੇ ਗਏ ਸੈਕਿੰਡ ਡੈਫੀਨੇਸ਼ਨ ਦੇਖੋ, ਜਿਸ ਦੇ ਵਿੱਚ ਲਿਖਿਆ ਹੈ ਵੀ ਇਹ ਫੰਕਸ਼ਨ f(x, y) ਇਜ਼ ਸੈਡ ਟੂ ਬੀ ਕੰਟੀਨਿਊਸ ਐਟ a b, ਦੈਨ ਕੀ ਹੋਏਗਾ? f(x, y) ਲਿਮਟ x, y ਅਪਰੋਚ a b ਨੂੰ ਅਸੀਂ f of a b ਲਿਖ ਸਕਦੇ ਹਾਂ। ਔਰ ਇਸੇ ਤਰ੍ਹਾਂ ਫਸਟ ਡੈਫੀਨੇਸ਼ਨ ਕੀ ਆ? ਫਸਟ ਡੈਫੀਨੇਸ਼ਨ ਜਿਵੇਂ ਅਸੀਂ ਲਿਮਟ ਦੇ ਵਿੱਚ ਕੀਤਾ ਉਵੇਂ ਇਸ ਦੇ ਵਿੱਚ ਕਰਨਾ ਵੀ ਅਗਰ ਫੰਕਸ਼ਨ ਕੰਟੀਨਿਊਸ ਆ ਦੈਨ ਉਸ ਕੇਸ ਦੇ ਵਿੱਚ ਕੀ ਹੋਏਗਾ? ਜਿਹੜਾ ਰੇਂਜ ਦੇ ਵਿੱਚ ਜਿਹੜਾ ਡਿਫਰੈਂਸ ਆ ਉਹ ਅਸੀਂ ਐਪਸਾਈਲਨ ਲੈ ਕੇ ਚੱਲਾਂਗੇ। ਐਪਸਾਈਲਨ ਬਾਰੇ ਤੁਹਾਨੂੰ ਪਤਾ ਹੀ ਹੈ ਵੀ ਉਹ ਗ੍ਰੇਟਰ ਦੈਨ 0 ਹੋਏਗਾ। ਉਹ ਹਾਊਐਵਰ ਸਮਾਲ ਮੀਨਸ ਛੋਟੇ ਤੋਂ ਛੋਟਾ ਜਿੰਨਾ ਅਸੀਂ ਕੰਸੀਡਰ ਕਰ ਸਕਦੇ ਹਾਂ। ਐਂਡ ਜਿਹੜਾ ਰੇਂਜ ਡੋਮੇਨ ਦੇ ਵਿੱਚ ਜਿਹੜਾ ਡਿਫਰੈਂਸ ਹੋਏਗਾ ਉਹ ਲੈਸ ਦੈਨ ਡੈਲਟਾ ਆਏਗਾ। ਐਂਡ ਉਸ ਕੇਸ ਦੇ ਵਿੱਚ ਡੈਲਟਾ ਐਪਸਾਈਲਨ ਉੱਤੇ ਡਿਪੈਂਡ ਕਰੇਗਾ। ਅਗਰ ਡੈਲਟਾ ਐਪਸਾਈਲਨ ਉੱਤੇ ਡਿਪੈਂਡ ਕਰ ਰਿਹਾ, ਅਗਰ ਐਪਸਾਈਲਨ ਛੋਟਾ ਹੈਗਾ ਤਾਂ ਡੈਲਟਾ ਵੀ ਛੋਟਾ ਆਏਗਾ। ਕਲੀਅਰ? ਸੋ ਦਿਸ ਇਜ਼ ਅ ਵੇ। ਉਹੀ ਫਸਟ ਡੈਫੀਨੇਸ਼ਨ ਦੇ ਵਿੱਚ ਲਿਖਿਆ ਹੋਇਆ ਵੀ ਅਗਰ ਅਸੀਂ ਰੇਂਜ ਦੇ ਵਿੱਚ ਡਿਫਰੈਂਸ ਐਪਸਾਈਲਨ ਲੈ ਕੇ ਚੱਲਦੇ ਹਾਂ ਔਰ ਡੋਮੇਨ ਦੇ ਵਿੱਚ ਡਿਫਰੈਂਸ ਡੈਲਟਾ ਲੈ ਕੇ ਚੱਲਦੇ ਹਾਂ, ਐਪਸਾਈਲਨ ਕੀ ਆ? ਗ੍ਰੇਟਰ ਦੈਨ 0 ਹਾਊ ਸਮਾਲ ਦੇਅਰ ਐਗਜ਼ਿਸਟ ਏ ਪੋਜ਼ੀਟਿਵ ਨੰਬਰ ਡੈਲਟਾ ਡਿਪੈਂਡਿੰਗ ਅਪੋਨ ਐਪਸਾਈਲਨ। ਮੀਨਸ ਜਦੋਂ ਵੀ ਅਸੀਂ ਕੰਟੀਨਿਊਟੀ ਦੀ ਗੱਲ ਕਰ ਰਹੇ ਹਾਂ ਇਸ ਕੇਸ ਦੇ ਵਿੱਚ ਵੀ ਅਸੀਂ ਡੈਲਟਾ ਫਾਈਂਡ ਕਰਨਾ ਹੋਏਗਾ। ਉਹ ਡੈਲਟਾ ਐਪਸਾਈਲਨ ਲੈ ਕੇ ਚੱਲਾਂਗੇ, ਪਰ ਡੈਲਟਾ ਨੂੰ ਅਸੀਂ ਐਪਸਾਈਲਨ ਉੱਤੇ ਡਿਪੈਂਡ ਕਰਵਾਉਣਾ। ਮੀਨਸ ਡੈਲਟਾ ਨੂੰ ਇਨ ਟਰਮ ਆਫ ਐਪਸਾਈਲਨ ਲਿਖਣਾ। ਅਗਰ ਡੈਲਟਾ ਨੂੰ ਇਨ ਟਰਮ ਆਫ ਐਪਸਾਈਲਨ ਲਿਖ ਦਾਂਗੇ ਮੀਨਸ ਅਗਰ ਐਪਸਾਈਲਨ ਛੋਟਾ ਹੋਇਆ ਤਾਂ ਡੈਲਟਾ ਵੀ ਛੋਟਾ ਹੋਣਾ ਚਾਹੀਦਾ। ਅਗਰ ਇਸ ਤਰ੍ਹਾਂ ਦੀ ਕੰਡੀਸ਼ਨ ਬਣ ਰਹੀ ਆ ਤਾਂ ਆਪਾਂ ਕਹਿ ਦਾਂਗੇ ਕੰਟੀਨਿਊਟੀ ਐਗਜ਼ਿਸਟ ਕਰੇਗੀ ਬੇਟੇ। ਸੋ ਨਾਓ ਬੇਟਾ ਇਸੇ ਨੂੰ ਅਸੀਂ ਸਮਝਦੇ ਹਾਂ, ਕੁਝ ਐਗਜ਼ਾਮਪਲਸ ਕਰਦੇ ਹਾਂ। ਜਿਵੇਂ ਐਗਜ਼ਾਮਪਲ ਦੇ ਵਿੱਚ ਤੁਹਾਨੂੰ ਕਿਹਾ ਹੋਇਆ ਵੀ ਕੋਈ ਫੰਕਸ਼ਨ ਦਿੱਤਾ ਹੋਇਆ ਦੋ ਵੇਰੀਏਬਲ ਦੇ ਵਿੱਚ, ਉਹਦੀ ਆਪਾਂ ਕੰਟੀਨਿਊਟੀ ਦੱਸਣੀ ਹੈ ਵੀ ਕੰਟੀਨਿਊਟੀ ਫੰਕਸ਼ਨ ਕੰਟੀਨਿਊਸ ਹੈਗਾ ਜਾਂ ਨਹੀਂ ਹੈਗਾ। ਸੋ f(x, y) ਦੀਆਂ ਵੈਲਿਊਜ਼ ਦੱਸੀਆਂ ਹੋਈਆਂ x(y)² ਓਵਰ x² + y² ਇਫ x, y ਨੋਟ ਇਕੁਅਲ ਟੂ 0 0 ਐਂਡ f(x, y) ਦੀ ਵੈਲਿਊ 0 ਕਦੋਂ ਆ? ਇਫ x, y 0 0 ਹੋਏਗਾ ਬੇਟਾ। ਸੋ ਪਹਿਲਾਂ ਅਸੀਂ ਦੇਖਦੇ ਹਾਂ ਵੀ ਇਹਦੀ ਲਿਮਟ ਐਗਜ਼ਿਸਟ ਕਰਦੀ ਹੈ ਅਤੇ ਨਹੀਂ ਕਰਦੀ। ਅਗਰ ਫੰਕਸ਼ਨ ਦੀ ਲਿਮਟ ਐਗਜ਼ਿਸਟ ਕਰ ਗਈ ਦੈਨ ਉਸ ਕੇਸ ਵਿੱਚ ਅਸੀਂ ਕੰਟੀਨਿਊਟੀ ਦੀ ਗੱਲ ਕਰਾਂਗੇ। ਅਗਰ ਲਿਮਟ ਹੀ ਨਹੀਂ ਐਗਜ਼ਿਸਟ ਕਰਦੀ ਬੇਟਾ ਫੰਕਸ਼ਨ ਕੰਟੀਨਿਊਸ ਨਹੀਂ ਹੋਏਗਾ। ਸੋ ਬੇਟਾ ਇਸ ਨੂੰ ਅਗਰ ਲਿਮਟ ਨੂੰ ਅਸੀਂ ਲਿਮਟ ਫਾਈਂਡ ਕਰਨੀ ਆ ਤਾਂ ਅਸੀਂ ਸਾਈਮਲਟੇਨੀਅਸ ਲਿਮਟ ਦਾ ਕੰਸੈਪਟ ਅਪਲਾਈ ਕਰਾਂਗੇ ਬੇਟਾ। ਸੋ ਇਸ ਕੁਐਸਚਨ ਨੂੰ ਅਸੀਂ 2 ਵੇ ਨਾਲ ਸੋਲਵ ਕੀਤਾ ਬੇਟਾ। ਇੱਕ ਤਾਂ ਬਾਈ ਡੈਫੀਨੇਸ਼ਨ ਕੀਤਾ ਐਂਡ ਅਦਰ ਸੈਕਿੰਡ ਮੈਥਡ ਦੇ ਨਾਲ ਕੀਤਾ ਬੇਟਾ। ਸੋ ਪਹਿਲਾਂ ਮੈਂ ਸੈਕਿੰਡ ਮੈਥਡ ਦੇ ਨਾਲ ਕਰਵਾਉਣਾ, ਫਿਰ ਅਸੀਂ ਫਸਟ ਮੈਥਡ ਦੇ ਉੱਤੇ ਜਾਵਾਂਗੇ। ਸੈਕਿੰਡ ਮੈਥਡ ਦੇ ਵਿੱਚ ਕੀ ਆ? ਅਸੀਂ ਸਾਈਮਲਟੇਨੀਅਸ ਲਿਮਟ ਦਾ ਕੰਸੈਪਟ ਅਪਲਾਈ ਕਰਾਂਗੇ। ਸਾਈਮਲਟੇਨੀਅਸ ਲਿਮਟ ਦੇ ਵਿੱਚ ਕੀ ਹੁੰਦਾ ਵੀ ਤੁਸੀਂ y ਅਤੇ x ਦੇ ਵਿੱਚ ਰਿਲੇਸ਼ਨ ਫਾਈਂਡ ਕਰਨਾ, ਵੀ ਇੱਕ ਕਰਵ ਫਾਈਂਡ ਕਰਨੀ ਹੈ, ਜਾਂ ਆਪਾਂ ਕਹਿ ਦਈਏ ਰਿਲੇਸ਼ਨ ਫਾਈਂਡ ਕਰਨਾ ਜਾਂ ਇੱਕ ਕਰਵ ਕਹਿ ਦਈਏ। ਮੀਨਸ ਉਹ y ਅਤੇ x ਦੇ ਵਿੱਚ ਇਸ ਤਰ੍ਹਾਂ ਰਿਲੇਸ਼ਨ ਫਾਈਂਡ ਕਰਨਾ ਉਹ ਲਿਮਟ ਨੂੰ ਸੈਟਿਸਫਾਈ ਕਰਦਾ ਹੋਵੇ। ਤਾਂ ਬੇਟਾ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਇੱਥੇ x(y)² ਓਵਰ x² + y² ਦਿੱਤਾ ਬੇਟਾ। ਤਾਂ ਮੈਨੇ ਕੋਈ ਕਰਵ ਲੈ ਲਈ ਜਿਹੜੀ y = mx ਆ ਔਰ ਇਹ ਜਿਹੜੀ ਕਰਵ ਆ ਉਹ ਲਿਮਟ ਨੂੰ ਸੈਟਿਸਫਾਈ ਕਰ ਰਹੀ ਆ। ਅਗਰ ਐਜ਼ x ਅਪਰੋਚ 0 ਕਰੇਗਾ ਦੈਨ y ਅਪਰੋਚ 0 ਕਰੇਗਾ। ਸੋ y ਦੀ ਵੈਲਿਊ ਤੁਸੀਂ mx ਪੁੱਟ ਕਰ ਰਹੇ ਹੋ ਔਰ ਜਦੋਂ ਪੁੱਟ ਕਰ ਰਹੇ ਹੋ ਬੇਟਾ ਦੇਖ ਰਹੇ ਹੋ x ਦੇ ਨਾਲ ਇੱਕ x ਕੈਂਸਲ ਹੋ ਜਾਏਗਾ, ਇੱਥੇ ਕੀ ਰਹਿ ਜਾਏਗਾ? x(m²) ਓਵਰ 1 + m²। ਸੋ ਲਿਮਟ ਆਫ ਇਹ ਫੰਕਸ਼ਨ ਡਿਪੈਂਡ ਕਿਹਦੇ ਉੱਤੇ ਕਰ ਰਹੀ ਹੈ? x ਨੂੰ। ਅਗਰ x ਨੂੰ 0 ਅਪਰੋਚ ਕਰਾਂਗੇ ਤਾਂ ਇਸ ਦੀ ਵੈਲਿਊ 0 ਆ ਜਾਏਗੀ। ਅਗਰ ਇਹ 0 ਆ ਗਈ ਆ, 0 ਕਿਹਦੇ ਉੱਪਰ?
ਐਫ ਐਕਸ ਵਾਈ ਦੀ ਵੈਲਿਊ 0 ਕਦੋਂ ਹੁੰਦੀ ਆ, ਜਦੋਂ ਐਕਸ ਵਾਈ ਕਿਹਨੂੰ ਅਪਰੋਚ ਕਰ ਰਿਹਾ, ਐਕਸ ਵਾਈ ਦੀ ਵੈਲਿਊ ਕੀ ਆ 0 0। ਸੋ ਇਟ ਇੰਪਲਾਈਜ਼ ਇਹ ਜਿਹੜਾ 0 ਆਇਆ ਇਹ 0 ਕਿਹਦੀ ਵੈਲਿਊ ਆ, f00 ਦੀ ਵੈਲਿਊ। ਸੋ ਨਾਓ ਇਨ ਦਿਸ ਕੇਸ ਆਪਾਂ ਕਹਿ ਦਾਂਗੇ ਕਿਉਂਕਿ ਲਿਮਟ ਵੀ ਐਗਜ਼ਿਸਟ ਕਰ ਰਹੀ ਆ, ਲਿਮਟ ਐਗਜ਼ਿਸਟ ਤਾਂ ਕਰ ਰਹੀ ਆ ਕਿਉਂਕਿ m ਦੇ ਉੱਤੇ ਡਿਪੈਂਡ ਨਹੀਂ ਕਰ ਰਹੀ ਵੀ ਜਿਹੜੀ ਉਹ ਲਿਮਟ ਦੀ ਵੈਲਿਊ ਆਈ ਆ ਉਹ ਕਿਹਦੀ ਵੈਲਿਊ ਬਣ ਗਈ ਆ, f00 ਦੀ ਵੈਲਿਊ ਬਣ ਗਈ ਆ। ਤੇ ਇਟ ਇੰਪਲਾਈਜ਼ ਇਹ ਜਿਹੜਾ ਫੰਕਸ਼ਨ ਆ ਇਹ ਕੰਟੀਨਿਊਸ ਹੈਗਾ। ਇਸੇ ਤਰ੍ਹਾਂ ਇਹਨੂੰ ਡੈਫੀਨੇਸ਼ਨ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ। ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਅਗਰ ਇਹਨੂੰ ਡੈਫੀਨੇਸ਼ਨ ਦੇ ਨਾਲ ਕਰਨਾ ਤਾਂ ਡੋਮੇਨ ਦੇ ਵਿੱਚ ਜਿਹੜਾ ਹੈਗਾ ਡਿਫਰੈਂਸ ਹੈਗਾ ਉਹ ਲੈਸ ਦੈਨ ਡੈਲਟਾ ਲੈ ਕੇ ਚੱਲਾਂਗੇ, ਉਹ ਰੇਂਜ ਦੇ ਵਿੱਚ ਜਿਹੜਾ ਡਿਫਰੈਂਸ ਆ ਉਹ ਐਪਸਾਈਲਨ ਲੈ ਕੇ ਚੱਲਾਂਗੇ ਬੇਟਾ। ਸੋ ਇੱਥੇ a ਦੀ ਵੈਲਿਊ 0 ਹੈਗੀ ਆ, b ਦੀ ਵੈਲਿਊ 0 ਹੈਗੀ ਆ, ਪਰ fx y ਤੁਹਾਨੂੰ ਦਿੱਤਾ ਹੋਇਆ ਬੇਟਾ